ਬੰਬ ਬਲਾਸਟ ਹੋਇਆ ਜੀ। ਜਿਹੜੀਆਂ ਬਾਥਰੂਮ ਸੀਗਾ ਦੂਜੀ ਮੰਜ਼ਲ ਤੇ ਜਿਹੜੀ ਇਹ ਘਟਨਾ ਹੋਈ, ਦੂਜੀ ਮੰਜ਼ਲ ਤੇ ਹੋਈ ਜੀ। ਡੈਥ ਹੋਈ ਆ, ਇੱਕ ਦੀ ਡੈਥ ਹੋਈ ਆ। ਬਾਥਰੂਮ 'ਚ ਕਿਸੇ ਨੇ ਬੰਬ ਬਲਾਸਟ ਜਿਹੜਾ ਉਹ ਕੀਤਾ। ਇੰਨਾ ਬਲਾਸਟ ਜ਼ਿਆਦਾ ਸੀਗਾ ਤੇ ਸ਼ੀਸ਼ੇ ਵੀ ਉਹਦੇ ਨਾਲ ਦੇ ਜਿਹੜੇ ਸਾਡੇ ਚੈਂਬਰ ਕੰਪਲੈਕਸ ਹੈ ਉਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ। ਪੰਜਾਬ ਨੂੰ ਡੀਸਟੈਬਿਲਾਈਜੇਸ਼ਨ ਕਰਨ ਦੀ ਇਹ ਸਾਜ਼ਿਸ਼ ਹੈ। ਇਹ ਏਜੰਸੀਆਂ ਦਾ ਕੰਮ ਹੈ। ਬਿਲਕੁਲ ਵੀ ਸਿਕਿਉਰਿਟੀ ਦਾ ਕੋਈ ਧਿਆਨ। ਡਿਟੈਕਟਰ ਲੱਗੇ ਹੋਏ ਆ ਕਹਿੰਦੇ, ਮੈਟਲ ਡਾਇਰੈਕਟਰ ਸਾਰੇ ਖਰਾਬ ਪਏ ਆ। ਲੁਧਿਆਣਾ ਕੋਰਟ ਦੇ ਵਿੱਚ ਬੰਬ ਬਲਾਸਟ ਹੋਇਆ, ਇੱਕ ਸ਼ਖਸ ਦੀ ਮੌਤ ਹੋਈ ਹੈ ਔਰ ਮੌਕੇ ਤੇ ਜੋ ਸ਼ਖਸ ਮੌਜੂਦ ਸੀ ਚਸ਼ਮਦੀਦ, ਉਹਦੇ ਨਾਲ ਗੱਲਬਾਤ ਕਰਦੇ ਹਾਂ। ਵਕੀਲ ਸਾਡੇ ਨਾਲ ਨੇ। ਵਕੀਲ ਸਾਹਿਬ, ਮੌਕੇ ਤੇ ਸੀ, ਤੁਸੀਂ ਦੱਸ ਰਹੇ ਹੋ ਕਿ ਜਿਸ ਤਰੀਕੇ ਦੇ ਨਾਲ ਹੋਇਆ ਕੀ ਸੀਗਾ, ਮੌਕੇ ਦੀ ਸਿਚੁਏਸ਼ਨ ਦੱਸਿਓ ਕੀ ਹੋਇਆ ਸੀਗਾ। ਮੈਂ ਮੌਕੇ ਤੋਂ ਬਿਲਕੁਲ ਥੋੜਾ ਜਿਹਾ ਦੂਰ ਸੀਗਾ। ਅਸੀਂ ਬੈਠੇ ਸੀਗੇ, ਮੇਰੇ ਨਾਲ ਹੋਰ 4-5 ਵਕੀਲ ਬੈਠੇ ਆ। ਮੈਂ ਮੌਜੂਦਾ ਬਾਰ ਦਾ ਫਾਈਨਾਂਸ ਸੈਕਟਰੀ ਆ। ਮੇਰਾ ਨਾਮ ਗੁਰਪਾਲ ਸਿੰਘ ਬੇਦੀ ਹੈ। ਮੌਕੇ ਤੇ ਅਸੀਂ ਬਿਲਕੁਲ ਥੋੜੀ ਦੂਰ ਹੀ ਸੀਗੇ। ਹੋਇਆ ਕਿ ਬੜੀ ਜ਼ੋਰ ਦੀ ਧਮਾਕਾ ਹੋਇਆ। ਕੋਈ ਕਹਿੰਦਾ ਸਿਲੰਡਰ ਫਟਿਆ, ਕੋਈ ਕਹਿੰਦਾ ਕੁਝ ਫਟਿਆ। ਮੈਂ ਕਿਹਾ ਜਾ ਕੇ ਦੇਖੋ ਸੀ ਫਟਾਫਟ ਹੋਇਆ ਕੀ ਹੈ ਜੀ। ਹੋਇਆ ਕੀ ਜੀ, ਬੰਬ ਬਲਾਸਟ ਹੋਇਆ ਜੀ। ਜਿਹੜੀਆਂ ਬਾਥਰੂਮ ਸੀਗਾ ਦੂਜੀ ਮੰਜ਼ਲ ਤੇ ਜਿਹੜੀ ਇਹ ਘਟਨਾ ਹੋਈ, ਦੂਜੀ ਮੰਜ਼ਲ ਤੇ ਹੋਈ ਜੀ। ਦੂਜੀ ਮੰਜ਼ਲ ਕੋਰਟ ਕੰਪਲੈਕਸ ਹੈ ਜੀ। ਕੋਰਟ ਕੰਪਲੈਕਸ ਦੀ ਦੂਜੀ ਮੰਜ਼ਲ ਬਾਥਰੂਮ ਦੇ ਵਿੱਚ ਜਿਹੜਾ ਕਿ ਕਾਪੀ ਏਜੰਸੀ ਹੈ ਲੋਅਰ ਕੋਰਟ ਦੀ, ਉਹਦੇ ਬਿਲਕੁਲ ਸਾਹਮਣੇ ਹੈ ਜੀ। ਜਿਹੜਾ ਬਾਥਰੂਮ 'ਚ ਕਿਸੇ ਨੇ ਬੰਬ ਬਲਾਸਟ ਜਿਹੜਾ ਉਹ ਕੀਤਾ, ਅਨਆਇਡੈਂਟੀਫਾਈ ਬੰਦਾ ਹੈ ਜਿਹੜਾ ਵੀ, ਠੀਕ ਹੈ ਨਹੀਂ। ਗਏ ਫਿਰ ਮੌਕੇ ਤੇ ਅਸੀਂ ਗਏ। ਸਾਡੇ ਦੋ ਵਕੀਲ ਸਾਹਿਬ ਸੀਗੇ, ਉਹ ਜ਼ਖਮੀ ਹੋਏ ਸੀ, ਜਿਨ੍ਹਾਂ ਵਿੱਚੋਂ ਇੱਕ ਅੰਦਰ ਨੇ, ਉਹਨਾਂ ਦਾ ਨਾਮ ਹੈ ਕੁਲਦੀਪ ਸਿੰਘ ਮੰਡ, ਉਹ ਜਿਹੜੇ ਸੀਰੀਅਸ ਇੰਜਰਡ ਸੀਗੇ। ਤੇ ਇੱਕ ਹੋਰ ਸੀਗੇ ਆਪਣੇ ਵਰੁਣ ਛਿੱਬਾ ਜੀ, ਉਹ ਵੀ ਇੰਜਰਡ ਸੀਗੇ, ਬਟ ਉਹ ਆਪਣੇ ਸੇਫਲੀ ਘਰੇ ਚਲੇ ਗਏ, ਉਹ ਠੀਕ ਨੇ ਜੀ। ਇੱਕੋ ਜਿਹੜੇ ਬਾਕੀ ਉਹ ਜਿਹੜੇ ਡੈਥ ਹੋਈ ਆ, ਇੱਕ ਦੀ ਡੈਥ ਹੋਈ ਆ, ਉਹ ਲਿਟੀਗੈਂਟ ਜਾਂ ਉਹ ਕਲਾਇੰਟ ਜੋ ਵੀ ਹੈ ਉਹ ਉੱਥੇ ਸੀਗੇ। ਉਹਨਾਂ ਬਾਰੇ ਮੈਨੂੰ ਕੁਝ ਨਹੀਂ ਪਤਾ ਹੈ। ਹਾਂ, ਮੌਕੇ ਤੇ ਤੁਸੀਂ ਹੋਰ ਦੇਖਿਆ, ਮਤਲਬ ਸਿਚੁਏਸ਼ਨ ਕੀ ਸੀ, ਬਲਾਸਟ ਦੇ ਵਿੱਚ ਨੁਕਸਾਨ ਕਿੰਨਾ ਕੁ ਹੋਇਆ? ਮੌਕੇ ਤੇ ਜਿਹੜੀਆਂ ਥੱਲੇ ਗੱਡੀਆਂ ਖੜੀਆਂ ਸੀ, ਜਿੱਥੇ ਬਲਾਸਟ ਹੋਇਆ, ਉਹਦੇ ਪਿੱਛੇ ਪਾਸੇ ਪਾਰਕਿੰਗ ਵੀ ਹੈ ਸਾਡੀ ਵਕੀਲਾਂ ਦੀ ਹੋਈ। ਉੱਥੇ 3-4 ਗੱਡੀਆਂ ਖੜੀਆਂ ਹੋਈਆਂ ਸੀਗੀਆਂ ਜੀ। ਉਹ ਗੱਡੀਆਂ ਤੇ ਜਿੰਨਾ ਵੀ ਜਿਵੇਂ ਲਾ ਲਓ ਇੱਕ ਬਿਲਡਿੰਗ ਹੈ, ਉਹ ਦੋਨੇ ਦੀਵਾਰਾਂ ਉਹਦੀਆਂ ਡਿੱਗੀਆਂ ਸੀਗੀਆਂ। ਇਧਰਲੇ ਪਾਸੇ ਵੀ ਡਿੱਗੀਆਂ, ਜਿਹਦੇ ਥੱਲੇ ਸਾਡੇ ਵਕੀਲ ਸਾਹਿਬ ਆ ਕੇ ਜਿਹੜੇ ਜ਼ਿਆਦਾ ਇੰਜਰਡ ਹੋਏ ਜੀ, ਉਹ ਵਕੀਲ ਸਾਹਿਬ ਦੇ ਉੱਤੇ ਕੰਧ ਡਿੱਗੀ ਇੰਨੀ ਕੁ ਥੱਲੇ, ਉਹ ਡਿੱਗ ਗਈ, ਉਹਨਾਂ ਦੇ ਸੱਟ ਲੱਗੀ ਇੱਥੇ, ਉਹਨਾਂ ਦੇ ਖੂਨ ਉੱਥੇ ਲਿਖਦਾ। ਹਾਂ, ਤੇ ਉਹ ਗੱਡੀਆਂ ਦਾ ਨੁਕਸਾਨ ਵੀ ਹੋਇਆ ਥੋੜਾ ਬਹੁਤਾ ਜੀ। ਬਾਕੀ ਜਿਹੜੇ ਆ ਸ਼ੀਸ਼ੇ ਵੀ, ਜਿੰਨੇ ਇੰਨਾ ਬਲਾਸਟ ਜ਼ਿਆਦਾ ਸੀਗਾ ਤੇ ਸ਼ੀਸ਼ੇ ਵੀ ਉਹਦੇ ਨਾਲ ਦੇ ਜਿਹੜੇ ਸਾਡੇ ਚੈਂਬਰ ਕੰਪਲੈਕਸ ਹੈ ਉਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ। ਕਈ ਕਾਪੀ ਏਜੰਸੀ ਦੇ ਸ਼ੀਸ਼ੇ ਵੀ ਟੁੱਟ ਗਏ ਜੀ। ਜ਼ਖਮੀ ਹੋਏ ਆ, ਇਹ ਕਿੰਨੀ ਕਿ ਦੂਰੀ ਤੇ ਸੀਗੇ ਜਿੱਥੇ ਬੰਬ ਸੀਗਾ ਉਸ ਜਗ੍ਹਾ ਤੋਂ? ਐਗਜ਼ੈਕਟ ਬਾਹਰ ਹੀ ਸੀਗੇ ਉਹਨਾਂ ਦੇ, ਜਿੱਥੇ ਬੰਬ ਬਲਾਸਟ ਹੋਇਆ ਐਗਜ਼ੈਕਟ ਬਿਲਕੁਲ ਬਾਹਰ ਹੀ ਸੀਗੇ ਉੱਥੇ ਉਹਨਾਂ ਦੇ। ਮੌਕੇ ਤੇ ਸੀਗੀ? ਹਾਂਜੀ, ਸਰ ਮੌਕੇ ਤੇ ਸੀਗਾ ਉਸ ਟਾਈਮ। ਮੈਂ ਸਟੇਜ ਚੜ੍ਹਦਿਆ ਸੀਗਾ ਜਦੋਂ ਬੰਬ ਬਲਾਸਟ ਹੋਇਆ ਇਹ। ਤੇ ਐਕਚੁਅਲ ਚ ਜਿਹੜੀ ਅੱਜ ਸਾਡੀ ਨਾ ਸਟ੍ਰਾਈਕ ਸੀਗੀ ਬਾਰ ਵੱਲੋਂ, ਕੱਲ ਦੀ ਤੇ ਅੱਜ ਦੀ ਸਟ੍ਰਾਈਕ ਸੀਗੀ, ਉਹਦੇ ਕਰਕੇ ਜਿਹੜਾ ਨੁਕਸਾਨ ਤਾਂ ਹੋਇਆ, ਬਟ ਨੁਕਸਾਨ ਬਹੁਤ ਘੱਟ ਹੋਇਆ। ਨਹੀਂ ਤਾਂ ਲਿਟੀਗੈਂਟ ਬਹੁਤ ਆਂਦੇ ਜੀ ਉੱਥੇ। ਸਟ੍ਰਾਈਕ ਕਰਕੇ ਸਾਡੀ ਆ ਮੁੰਡਾ ਸਾਡਾ ਐਗਜ਼ੈਕਟਿਵ ਮੈਂਬਰ ਹੈ, ਇਸ ਵਾਰ ਦਾ ਮੌਜੂਦਾ ਐਗਜ਼ੈਕਟਿਵ ਮੈਂਬਰ ਹੈ ਦਮਨਪ੍ਰੀਤ ਸਿੰਘ ਇਹਦਾ ਨਾਮ ਹੈ। ਇਹਦੀ ਡਿਊਟੀ ਉੱਥੇ 2nd ਫਲੋਰ ਤੇ ਲੱਗੀ ਹੋਈ ਸੀ। ਇਹ ਉੱਥੇ ਆਪਣੀ ਡਿਊਟੀ ਨਿਭਾ ਰਿਹਾ ਸੀ। ਡਿਊਟੀ ਦੇ ਦੌਰਾਨ ਇਹਨੇ ਕਿਸ ਚੀਜ਼ ਦੀ ਡਿਊਟੀ ਸੀਗੀ ਉੱਥੇ ਲੱਗੀ? ਸਰ ਕੋਟਾਂ ਦੀ ਸਟ੍ਰਾਈਕ ਸੀਗੀ ਆਪਣੀ ਫਲੋਰ ਤੇ 2nd ਫਲੋਰ ਤੇ ਤੁਹਾਡੀ ਡਿਊਟੀ ਲੱਗੀ ਹੋਈ ਸੀ ਜਿੱਥੇ ਬੰਬ ਬਲਾਸਟ ਹੋਇਆ? ਹਾਂਜੀ ਸਰ। ਤੇ ਮੈਂ ਸਰ ਕੀ ਨਾਮ ਆਪਣੀ ਡਿਊਟੀ ਕਰਕੇ ਜਾ ਰਿਹਾ ਸੀ ਵਾਪਸ, ਤੇ ਉਸ ਟਾਈਮ ਮੇਰੀ ਬੈਗ ਸੀਗੀ ਜਦੋਂ ਬੰਬ ਬਲਾਸਟ ਹੋਇਆ ਹੈ। ਤੇ ਮੈਂ ਇੱਕਦਮ ਘੁੰਮ ਕੇ ਦੇਖਿਆ ਤੇ ਦੇਖਿਆ ਦੀਵਾਰ ਡਿੱਗੀ ਹੋਈ ਸੀਗੀ ਤੇ ਕਈ ਬੰਦੇ ਨੀਚੇ ਸੀਗੇ ਉਹ ਤੇ ਭੱਜ ਕੇ ਗਏ ਆ ਉੱਥੇ। ਤੇ ਦੇਖਿਆ ਜੀ ਇੱਕ ਵਕੀਲ ਸਾਹਿਬ ਸੀਗੇ ਆਪਣੇ, ਤੇ ਇੱਕ ਮੈਡਮ ਸੀਗੀ ਫੋਟੋ ਸਟੇਟ ਵਾਲੀ। ਫਿਰ ਤੁਸੀਂ ਜਾ ਕੇ? ਹਾਂਜੀ, ਮੈਂ 3-4 ਵਕੀਲ ਸਾਹਿਬ ਹੋ ਸੀਗੇ ਨਾਲ ਸਾਡੇ, ਤੇ ਮਾਹੌਲ ਬਹੁਤ ਬੌਂਦਲੇ ਪਏ ਸਾਡੇ। ਜਿਨ੍ਹਾਂ ਦੀ ਡੈਥ ਹੋਈ ਹੈ ਉਹ ਸਿਚੁਏਸ਼ਨ ਕੀ ਸੀ? ਡੈਡ ਬੋਡੀ ਤੁਸੀਂ ਦੇਖਿਆ ਮੌਕੇ ਤੇ? ਨਹੀਂ ਸਰ, ਡੈਡ ਬੋਡੀ ਨਹੀਂ ਦੇਖ ਪਾਇਆ ਐਕਚੁਅਲ ਤਾਂ। ਦੀਵਾਰ ਬਿਲਕੁਲ ਨੀਚੇ ਸੀਗੇ ਉਹ, ਤੇ ਇਕੱਲੇ ਬੰਦੇ ਕੰਮ ਤਾਂ ਸੀਗਾ ਨਹੀਂ ਉਹ। ਸਾਰਾ ਨਾ ਬੰਬ ਬਲਾਸਟ ਕਰਨ ਕਰਕੇ ਸਾਰਾ ਧੂੰਆਂ ਹੋ ਗਿਆ ਸੀ। ਜਿਵੇਂ ਆਪਾਂ ਬੰਬ ਚਲਾਉਂਦੇ ਨਹੀਂ ਆਮ ਦੀਵਾਲੀ ਤੇ, ਉਹ ਛੋਟੇ ਬੰਬ ਹੁੰਦੇ ਆ, ਉਹ ਜਿਹੜਾ ਐਕਸਪਲੋਸਿਵ ਸੀਗਾ ਉਹ ਜ਼ਿਆਦਾ ਸੀਗਾ, ਉਹਦੇ ਕਰਕੇ ਸਾਰਾ ਧੂੰਆਂ ਹੋ ਗਿਆ ਸੀਗਾ। ਬ੍ਰਿਜ ਦੇ ਥੱਲੇ ਬੰਦੇ ਦੱਬ ਗਏ ਸੀਗੇ ਜੀ, ਸਾਰੇ ਪਾਸੇ ਬਲੱਡੀ ਵਗੈਰਾ ਸਕੈਟਰਡ ਹੋਇਆ ਪਿਆ ਸੀਗਾ। ਅਸੀਂ ਵੀ ਉੱਥੇ ਸੀਗੇ ਜੀ। ਅਸੀਂ ਇੱਕ ਬੰਦੇ ਨੂੰ ਚੈਂਬਰਾਂ ਚੋਂ ਬਾਹਰ ਕੱਢਿਆ ਤੇ ਥੱਲੇ ਭੇਜਿਆ ਸੀਗਾ। ਬਾਕੀ ਜਿਹੜੀ ਗੱਲ ਹੈ ਸਾਬਕਾ ਪ੍ਰਧਾਨ ਸਾਹਿਬ ਨੇ ਆਪਣੇ DBA ਦੇ ਮੌਕੇ ਤੇ ਸੀਗੇ। ਪ੍ਰਧਾਨ ਸਾਹਿਬ ਤੁਸੀਂ ਮੌਕੇ ਤੇ ਨਹੀਂ ਸੀ। ਮੈਂ ਮੌਕੇ ਦੇ ਲੋਕਾਂ ਨਾਲ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਫਿਰ ਇਹਨਾਂ ਦਾ ਵੀ ਪੱਖ ਲਵਾਂਗੇ ਕਿ ਸਿਚੁਏਸ਼ਨ ਬਣ ਕੇ ਹੋ ਰਹੀ। ਕਿਹਾ ਜਾ ਰਿਹਾ ਕਿ ਫਿਦਾਇਨ ਹਮਲਾ ਜਾਂ ਇਹੋ ਜੀ ਕੋਈ ਸਾਜ਼ਿਸ਼ ਹੈ? ਕੀ ਮੰਨਦੇ? ਇਸ ਟਾਈਮ ਦੇਖੋ ਇਸ ਗੱਲ ਦੀ ਤਾਂ ਕੋਈ ਨਹੀਂ। ਸਾਨੂੰ ਤਾਂ ਸਭ ਤੋਂ ਪਹਿਲਾਂ ਇਹ ਸੀ ਕਿ ਸਾਡੇ ਜਿਹੜੇ ਲਿਟੀਗੈਂਟ ਨੇ ਜਾਂ ਕਲਾਇੰਟ ਨੇ ਜਾਂ ਉੱਥੇ ਦਾ ਸਟਾਫ ਹੈ ਜਾਂ ਵਕੀਲ ਸਾਹਿਬ ਨੇ, ਪਹਿਲਾਂ ਉਹ ਸਾਡੀ ਪ੍ਰਾਇੋਰਟੀ ਸੀ, ਉਹ ਸੇਫ ਰਹਿਣ। ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ, ਚੈਂਬਰਾਂ ਨੂੰ। ਸਿਚੁਏਸ਼ਨ ਕਿਵੇਂ ਹੈ ਜਿਹੜੇ ਜ਼ਖਮੀ ਹੋਏ ਨੇ? ਜ਼ਖਮੀ ਦਾ ਦੇਖੋ ਜੀ, ਹਜੇ ਤੱਕ ਤਾਂ ਕੋਈ ਰਿਪੋਰਟ ਆ ਰਹੀ ਨਹੀਂ। ਇੱਕ ਤਾਂ ਸਾਡੇ ਵਕੀਲ ਸਾਹਿਬ ਇੱਥੇ ਸੀ, ਇੱਕ ਲੜਕੀ ਦਾ ਪਤਾ ਲੱਗਿਆ ਜਿਹੜੀ ਫੋਟੋ ਸਟੇਟ ਵਾਲੀ ਸੀ, ਉਹਦਾ ਡੈਥ ਹੋ ਗਈ ਹੈ,
ਠੀਕ ਹੈ ਨਾ ਜੀ। ਬਾਕੀ ਇੰਪੈਕਟ ਇੰਨਾ ਸਟਰੋਂਗ ਸੀਗਾ ਕਿ ਸ਼ੀਸ਼ੇ ਵਗੈਰਾ ਸਾਰੇ ਟੁੱਟ ਗਏ ਸੀਗੇ ਉੱਥੇ। ਅਸੀਂ ਆਪ ਉੱਥੇ ਅੱਖੋਂ ਦੇਖੀ ਹਾਲ ਦੇਖਿਆ ਵੀ ਉੱਤੋਂ ਈਵਨ ਕਿ ਸੀਵਰੇਜ ਦੀਆਂ ਪਾਈਪਾਂ ਵਗੈਰਾ ਵੀ ਲੀਕ ਕਰਨ ਲੱਗ ਗਈਆਂ ਸੀਗੀਆਂ। ਬਾਕੀ ਪੁਲਿਸ ਨੇ ਸਾਰਾ ਏਰੀਆ ਸੀ ਮੰਨ ਲਓ ਕੋਰਟ ਦੇ ਵਿੱਚ ਜਿੱਦਾਂ ਸਟ੍ਰਾਈਕ ਨਾ ਹੁੰਦੀ ਤਾਂ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ। ਸਟ੍ਰਾਈਕ ਕਰਕੇ ਕਾਫੀ ਬਚਾਅ ਰਹਿ ਗਿਆ। ਇੱਕ ਤਾਂ ਲਿਟੀਗੈਂਟ ਘੱਟ ਸੀ, ਥੋੜਾ ਟਾਈਮ ਹੋ ਗਿਆ ਸੀ, ਡੇਟਸ ਵਗੈਰਾ ਪੈ ਗਈਆਂ ਸੀ ਕਿਉਂਕਿ ਜਿਵੇਂ ਐਗਜ਼ੈਕਟਿਵ ਮੈਂਬਰ ਨੇ ਇਹਨਾਂ ਦੀ ਡਿਊਟੀਆਂ ਵਗੈਰਾ ਲੱਗੀਆਂ ਸੀਗੀਆਂ ਹਰੇਕ ਫਲੋਰ ਤੇ ਕਿ ਤੁਸੀਂ ਜਾਣਾ ਲਿਟੀਗੈਂਟ ਨੂੰ ਅੰਦਰ ਨਹੀਂ ਜਾਣ ਦੇਣਾ ਤੇ ਡੇਟਸ ਲੈ ਕੇ ਉਹਨਾਂ ਨੂੰ ਭੇਜ ਦੇਣਾ, ਫਾਰਗ ਕਰ ਦੇਣਾ। ਇਸ ਕਰਕੇ ਬਚਾਅ ਥੋੜਾ ਹੋ ਗਿਆ ਜੀ। ਕਿਸ ਤਰ੍ਹਾਂ ਦੇਖਦੇ ਹੋ ਸਿਚੁਏਸ਼ਨ, ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੰਜਾਬ ਦੇ ਵਿੱਚ, ਕੀ ਲੱਗਦਾ? ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਸਟੰਟ ਹੈ। ਇਸ ਇਲੈਕਸ਼ਨ ਦੇ ਦੌਰਾਨ ਦੇ ਵਿੱਚ ਜਿਵੇਂ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਦੂਜੀਆਂ ਘਟਨਾਵਾਂ ਹੋਈਆਂ, ਉਸ ਦੇ ਮੁਤਾਬਕ ਜਿਹੜੀ ਹੈ ਇਸੇ ਤਰੀਕੇ ਨਾਲ ਪੰਜਾਬ ਨੂੰ ਡੀਸਟੈਬਿਲਾਈਜੇਸ਼ਨ ਕਰਨ ਦੀ ਇਹ ਸਾਜ਼ਿਸ਼ ਹੈ। ਇਹ ਏਜੰਸੀਆਂ ਦਾ ਕੰਮ ਹੈ। ਲੁਧਿਆਣੇ ਦੀ ਕਚਹਿਰੀ ਦੇ ਵਿੱਚ ਕੋਈ ਵੀ ਸਿਕਿਉਰਿਟੀ ਨਹੀਂ ਹੈ। ਮੈਂ ਪਿਛਲੇ 2 ਸਾਲ ਤੋਂ ਦੇਖਦਾ, ਮੈਂ ਸਾਬਕਾ ਪ੍ਰਧਾਨ ਵੀ ਰਿਹਾ ਬਾਰ ਕੌਂਸਲ ਦਾ, ਇਸ ਵਾਰੀ ਵੀ ਇਲੈਕਸ਼ਨ ਲੜੀ ਹੈ। ਬਿਲਕੁਲ ਵੀ ਸਿਕਿਉਰਿਟੀ ਦਾ ਕੋਈ ਧਿਆਨ ਨਹੀਂ। ਡਿਟੈਕਟਰ ਲੱਗੇ ਹੋਏ ਆ ਕਹਿੰਦੇ, ਮੈਟਲ ਡਿਟੈਕਟਰ ਸਾਰੇ ਖਰਾਬ ਪਏ ਆ। ਕੋਈ ਗੇਟ ਹੈ ਜਿਹੜੇ 2 ਗੇਟਾਂ ਤੇ ਲੱਗੇ ਹੋਏ ਆ, ਐਂਟੀ ਗੇਟਸ ਬਹੁਤ ਜ਼ਿਆਦਾ ਹੈਗੇ ਆ। ਇਸ ਗੱਲ ਬਾਰੇ ਸਾਡੇ ਕਿਸੇ ਵੀ ਐਗਜ਼ੈਕਟਿਵ ਮੈਂਬਰ ਜਾਂ ਕਿਸੇ ਵੀ ਸਾਡੇ, ਮੈਂ ਇਹਦੇ ਵਿੱਚ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਸੇ ਨੇ ਵੀ ਧਿਆਨ ਨਹੀਂ ਕੀਤਾ। ਪਿਛਲੇ ਸਾਲ ਜਾਂ ਉਹ ਤੋਂ ਪਿਛਲੇ ਸਾਲ ਜਿੰਨੇ ਵੀ ਆਫਿਸ ਬੀਰਰ ਆਏ, ਉਹਨਾਂ ਨੇ ਸਿਰਫ ਇਸ ਵੱਲ ਧਿਆਨ ਨਹੀਂ ਦਿੱਤਾ ਕਿ ਲੁਧਿਆਣੇ ਦੇ ਵਕੀਲਾਂ ਦੀ, ਲਿਟੀਗੈਂਟਸ ਦੀ ਸਿਕਿਉਰਿਟੀ ਹੋਣੀ ਚਾਹੀਦੀ ਹੈ। ਸਰਕਾਰ ਦੀ ਵੀ ਬਣਦੀ ਹੈ ਮੌਕੇ ਤੇ ਕੁਛ ਨਾ ਕੁਛ ਤੈਨਾਤੀ ਹੋਵੇ, ਮੈਟਲ ਡਿਟੈਕਟਰ ਚੱਲਦੇ ਹੋਣ, ਕੋਈ ਸਿਕਿਉਰਿਟੀ ਵਜੋਂ ਲਾਇਆ ਜਾਵੇ। ਦੇਖੋ ਜੀ, ਮੈਟਲ ਡਿਟੈਕਟਰ ਵਾਲੇ ਤਾਂ ਬੈਠੇ ਹੁੰਦੇ, ਉਹ ਤਾਂ ਕਿਸੇ ਨੂੰ ਚੈੱਕ ਹੀ ਨਹੀਂ ਕਰਦੇ। ਮੈਂ ਰੋਜ਼ ਦੇਖਦਾ, ਮੈਂ ਲੰਘਦਾ, ਮੈਨੂੰ ਵੀ ਨਹੀਂ ਪੁੱਛਦੇ। ਮੈਂ ਤੁਹਾਨੂੰ ਇੱਥੋਂ ਤੱਕ ਕਹਿਣਾ ਚਾਹੁੰਦਾ, ਵੈਪਨ ਪਾ ਕੇ ਵੀ ਲੋਕ ਆਉਂਦੇ ਆ ਕਚਹਿਰੀਆਂ ਦੇ ਵਿੱਚ, ਪਰ ਕਿਸੇ ਦੇ ਕੋਈ ਨਹੀਂ। ਕਚਹਿਰੀ ਦੇ ਅੰਦਰ ਵੀ ਵੈਪਨ ਪਾ ਕੇ ਪੇਸ਼ ਹੁੰਦੇ ਆ। ਇਸ ਦੇ ਲਈ ਵੀ ਸਾਨੂੰ ਸੈਸ਼ਨ ਜੱਜ ਸਾਹਿਬ ਨੂੰ ਮਿਲ ਕੇ ਇਹ ਗੱਲ ਦੱਸਣੀ ਪਊਗੀ ਵੀ ਇਹੋ ਜਿਹੇ ਕਈ ਵਕੀਲ ਵੀ ਵੈਪਨ ਪਾਈ ਫਿਰਦੇ ਆ, ਉਹਨਾਂ ਨੂੰ ਵੀ ਰੋਕ ਲਾਣੀ ਪਊਗੀ। ਅਗਰ ਵਕੀਲਾਂ ਨੂੰ ਜਿਹੜਾ ਹੈਗਾ ਡਿਸਿਪਲਿਨ 'ਚ ਰਹਿਣਾ ਪਊਗਾ, ਕਿਉਂਕਿ ਅਦਰ ਉਹਨਾਂ ਦੀ ਤਲਾਸ਼ੀ ਦੀ ਗੱਲ ਕੀਤੀ ਜਾਂਦੀ ਹੈ, ਉਹ ਕਹਿੰਦੇ ਅਸੀਂ ਤਲਾਸ਼ੀ ਨਹੀਂ ਦੇਣੀ। ਪਰ ਭਾਈ ਸਾਰਿਆਂ ਨੂੰ ਅਗਰ ਆਪਣੇ ਆਪ ਨੂੰ ਬਚਾਉਣਾ ਤਾਂ ਇਹਦੇ ਲਈ ਤਲਾਸ਼ੀ ਵੀ ਦੇਣੀ ਪਊਗੀ ਤੇ ਲੋਕਾਂ ਨੂੰ ਵੀ ਲਾਮਬੰਦ ਕਰਨਾ ਪਊਗਾ। ਅਗਰ ਅਦਰਵਾਈਜ਼ ਜੇ ਅੱਜ ਹੜਤਾਲ ਨਾ ਹੁੰਦੀ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ। ਅੱਜ ਹੜਤਾਲ ਨਾ ਹੁੰਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ, ਕਿਉਂਕਿ ਮੌਕੇ ਤੇ ਹੀ ਇੱਕ ਸ਼ਖਸ ਦੀ ਮੌਤ ਹੋਈ ਹੈ ਔਰ ਇੱਕ ਫੋਟੋ ਸਟੇਟ ਦੀ ਛੋਟੀ ਜਿਹੀ ਇੱਕ ਦੁਕਾਨ ਚਲਾਉਂਦੀ ਸੀ ਜੋ ਬੀਬੀ, ਉਹਨਾਂ ਦੀ ਸਿਚੁਏਸ਼ਨ ਜੋ ਸੀ ਉਹ ਵੀ ਬਹੁਤ ਗੰਭੀਰ ਸੀ ਮੌਕੇ ਤੇ। ਔਰ ਉਸ ਤੋਂ ਬਾਅਦ ਇਹ ਲੋਕ ਮੌਕੇ ਤੇ ਸੀ, ਮੌਕੇ ਤੇ ਮੌਜੂਦ ਸੀ ਇਹ ਸਾਰੇ ਵਕੀਲ, ਜਿਨ੍ਹਾਂ ਨੇ ਮੌਕੇ ਦੀ ਸਿਚੁਏਸ਼ਨ ਦੇਖੀ, ਜਾ ਕੇ ਉੱਥੇ ਜਿਹੜੇ ਕੰਧ ਦੇ ਮਲਬੇ ਦੇ ਥੱਲੇ ਜਦੋਂ ਬਲਾਸਟ ਹੋਇਆ ਔਰ ਪੂਰਾ ਐਕਸਪਲੋਸਿਵ ਬਲਾਸਟ ਹੋਇਆ, ਉਸ ਤੋਂ ਬਾਅਦ ਇਹ ਲੋਕ ਉੱਥੇ ਮੌਜੂਦ ਸੀ। ਇੱਕ ਵਕੀਲ ਦੀ ਸੈਕੰਡ ਫਲੋਰ ਤੇ ਡਿਊਟੀ ਸੀ, ਕਹਿੰਦੇ ਜਦੋਂ ਬਲਾਸਟ ਹੋਇਆ ਤਾਂ ਐਂ ਲੱਗਿਆ ਕਿ ਸਿਲੰਡਰ ਪਾਟ ਗਿਆ, ਪਰ ਮੌਕੇ ਤੇ ਜਾ ਕੇ ਦੇਖਿਆ ਕਿ ਬੰਬ ਵਿਸਫੋਟ ਹੋਇਆ ਤਾਂ ਫਿਰ ਹਲਚਲ ਹੋ ਗਈ ਤੇਜ਼। ਪਰ ਵੱਡੇ ਸਵਾਲ ਸਰਕਾਰ ਦੇ ਉੱਪਰ ਵੀ ਖੜੇ ਹੁੰਦੇ ਆ, ਪ੍ਰਸ਼ਾਸਨ ਦੇ ਉੱਪਰ ਵੀ ਖੜੇ ਹੁੰਦੇ ਕਿ ਸੁਰੱਖਿਆ ਨਾਮ ਦੀ ਚੀਜ਼ ਹੈ ਕਿੱਥੇ। ਸੋ ਵੱਡੀ ਚੂਕ ਕਿਤੇ ਨਾ ਕਿਤੇ ਕਹੀ ਜਾ ਸਕਦੀ ਹੈ, ਪਰ ਇਸ ਮਸਲੇ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਏਜੰਸੀਆਂ ਦੀ ਸਾਜ਼ਿਸ਼ ਹੈ, ਅੱਗੇ ਇਲੈਕਸ਼ਨ ਆ ਰਿਹਾ, ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੈ। ਪਰ ਇਸ ਵੱਡੇ ਬੰਬ ਬਲਾਸਟ ਦੇ ਵਿੱਚ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ ਜੇ ਅੱਜ ਕਿਹਾ ਜਾ ਰਿਹਾ ਕਿ ਸਟ੍ਰਾਈਕ ਨਾ ਹੁੰਦੀ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਲੁਧਿਆਣਾ।